ਤੇ ਕੀ ਕਰੀਏ ਜਿਹੜਾ ਮੱਝਾਂ ਜਿਹੜੀਆਂ ਨੇ ਉਹ ਟਾਈਮੋ ਟਾਈਮ ਬਣਦੀਆਂ ਜਾਣ? ਉਹਦੇ ਵਿੱਚ ਹੈ ਕਿ ਬਿਹਤਰ ਉਹਦੀ ਖੁਰਾਕ ਹੀ ਹੋਣੀ ਚਾਹੀਦੀ, ਵੰਡਾ ਛੰਡਾ ਬੰਦਾ ਪਾਈ ਜੇ ਉਹਨੂੰ ਧਿਆਨ ਰੱਖੇ ਮੈਂ ਇਹਦਾ ਵੇਖ ਜਾਊਗਾ ਤੇ ਮੱਝਾਂ ਬਣੀ ਜਾਂਦੀਆਂ ਨੇ। ਮਾਸ਼ਾਅੱਲਾ ਇਸ ਟਾਈਮ ਕਿੰਨੀਆਂ ਲੈ ਰਹੀਆਂ ਮੱਝਾਂ ਨੇ? ਸਾਡੇ ਕੋਲ ਮਾਸ਼ਾਅੱਲਾ ਇਸ ਟਾਈਮ 6 ਲੈ ਰਹੀਆਂ ਮੱਝਾਂ ਨੇ। ਟੋਟਲ ਤੁਹਾਡੇ ਛੋਟੇ ਵੱਡੇ ਜਾ ਪਾ ਕੇ ਕਿੰਨੇ ਆ ਜਾਂਦੇ ਨੇ? 15-16 ਤੁਹਾਡੇ ਆ ਜਾਂਦੇ ਨੇ। ਤੇ ਤੁਹਾਡੀ ਇਹ ਡੇਲੀ ਦਾ ਦੁੱਧ ਕਿੰਨਾ ਜਾਂਦਾ ਸਵੇਰ ਸ਼ਾਮ ਦਾ? ਤਕਰੀਬਨ 44 ਕਿਲੋ। 44 ਕਿਲੋ। ਤੇ ਉਹਦੇ ਤੁਹਾਡਾ ਇੱਥੇ ਕੀ ਰੇਟ ਮਿਲਦਾ ਵਾ? ਦੁੱਧ ਨੂੰ ਵੇਚਦੇ ਹੋ ਜਾਂ ਪਿੰਡਾਂ 'ਚ ਦਿੰਦੇ ਹੋ? ਦੁੱਧ ਹੀ ਰੇਟ ਕੀ ਹੈ ਦੁੱਧ ਦਾ ਇੱਥੇ? ਰੇਟ 80 ਰੁਪਏ ਹੈ ਜਿਹੜਾ ਵੀ ਉਹ ਕਿੰਨੀ ਕੁ ਮਤਲਬ ਇਨਕਮ ਹੋ ਜਾਂਦੀ ਹੈ ਅਗਰ ਅਸੀਂ ਦੇ ਹਿਸਾਬ ਨਾਲ ਵੀ ਜਾਈਏ ਤੇ? ਡੇਲੀ ਦਾ ਮਾਸਾ ਰੁਪਇਆ 3500 ਬਣ ਜਾਂਦਾ। ਠੀਕ ਹੋ ਗਿਆ। ਉਹ 3500 ਦੇ ਵਿੱਚ ਤੁਸੀਂ ਇਹਨਾਂ ਦੇ ਕਿੰਨਾ ਲਾਉਂਦੇ ਹੋ ਡੰਗਰਾਂ ਦੇ ਮੁੜ ਕੇ? ਅਸੀਂ ਤਾਂ 1 ਰੁਪਇਆ ਵੀ ਨਹੀਂ ਲਾਉਂਦੇ ਪਏ। ਮਾਸ਼ਾਅੱਲਾ। ਉਹ ਕਿਸ ਤਰ੍ਹਾਂ? ਪੱਠਾ ਘਰ ਦਾ ਸਟਾਲਾ ਲਿਆ। ਜਗ੍ਹਾ ਤੁਹਾਡੀ ਆਪਣੀ ਹੈ? ਜਗ੍ਹਾ ਆਪਣੀ ਹੈ। ਕਿੰਨੀ ਮਾਸ਼ਾਅੱਲਾ ਜਗ੍ਹਾ ਤੁਹਾਡੀ ਇਹਨਾਂ ਡੰਗਰਾਂ ਵਾਸਤੇ ਜਿਹੜੀ ਤੁਸੀਂ ਰੱਖੀ ਹੈ ਪੱਠਿਆਂ ਵਾਸਤੇ? ਮਾਂ ਤਕਰੀਬਨ 2 ਕਿੱਲੇ ਸਟਾਲਾ ਹੈ। 2 ਕਿੱਲੇ ਇਹਨਾਂ ਵਾਸਤੇ ਰੱਖਿਆ? 2 ਕਿੱਲੇ ਨਾਲ। ਤੇ ਵੰਡੇ ਦਾ ਵੀ ਕੋਈ ਖਰਚ ਨਹੀਂ ਤੁਹਾਡਾ? ਵੰਡੇ ਦਾ ਹੀ ਟਾਕ ਹੁੰਦੇ ਮੇਰਾ ਸਟਾਲਾ ਹੀ ਹੈ। ਵਿੱਚ ਤੂੜੀ ਪਾਉਂਦੇ ਹੋ ਪਏ? ਹਾਂਜੀ ਆ ਤੂੜੀ ਸ਼ੁਰੂ ਕੀਤੀ ਤੇ ਹੁਣ ਥੋੜੇ ਦਿਨ। ਤੇ ਤੂੜੀ ਤੁਹਾਡੀ ਘਰ ਦੀ ਹੋਣੀ ਹੈ? ਤੂੜੀ ਵੀ ਘਰ ਦੀ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਕੀ ਹਾਲ ਬਾਈ ਜਨ ਤੁਹਾਡਾ? ਖੈਰ ਸ਼ੁਕਰ ਅਲਹਮਦੁਲਿਲਾ ਤੇ ਕੀ ਨਾਂ ਹੈ ਮੇਰੇ ਵੀਰ ਦਾ? ਇਮਤਿਆਜ਼ ਅਹਿਮਦ। ਇਮਤਿਆਜ਼ ਸਾਹਿਬ ਕਿਹੜਾ ਪਿੰਡ ਹੈ, ਕਿਹੜੀ ਜਗ੍ਹਾ? ਰੁੜਕੀ ਬਾਜਵਾ। ਰੁੜਕੀ ਬਾਜਵਾ। ਤੇ ਮਾਸ਼ਾਅੱਲਾ ਕਿੰਨੀ ਦੇਰ ਹੋ ਗਈ ਤੁਹਾਨੂੰ ਡੰਗਰਾਂ ਦਾ ਕੰਮ ਕਰਦੇ ਆ? ਤਕਰੀਬਨ 10-15 ਸਾਲ ਹੋ ਚੱਲੇ ਨੇ। 10-15 ਸਾਲ। ਹਾਂਜੀ। ਕੀ ਗੱਲ ਪੜ੍ਹੇ ਨਹੀਂ? ਨਹੀਂ ਪੜ੍ਹੇ 8 ਮਹੀਨਾ ਮੈਂ ਛੱਡ ਦਿੱਤਾ। ਅੱਛਾ। ਤੇ ਇਹੀ ਕੰਮ ਕਰਦੇ ਪਏ, ਹੋਰ ਕੋਈ ਕੰਮ ਨਹੀਂ ਕੀਤਾ? ਨਹੀਂ ਆਹੇ ਕੰਮ ਕੀਤਾ। ਕੀ ਵਜ੍ਹਾ ਹੈ ਕੰਮ ਕੀਤਾ ਤੁਸੀਂ? ਬਸ ਇਹਦੇ ਵਿੱਚ ਫਾਇਦਾ ਹੈ। ਅੱਛਾ। ਕਿਸੇ ਦੀ ਮਜ਼ਦੂਰੀ ਕਰਨ ਨਾਲ ਆਪਣੀ ਚੰਗੀ ਬਿਹਤਰ ਹੈ। ਬੜੀ ਸੋਹਣੀ ਗੱਲ ਕੀਤੀ ਤੁਸੀਂ। ਹਾਂਜੀ। ਕਿਸੇ ਦੀ ਬਗਾਨੀ ਮਜ਼ਦੂਰੀ ਕਰਨ ਨਾਲੋਂ ਇਹ ਮਜ਼ਦੂਰੀ ਬਿਹਤਰ ਹੈ। ਬਿਹਤਰ। ਅੱਛਾ, ਇਹ ਕੰਮ ਜਿਹੜਾ ਵੀ ਤੁਸੀਂ 15 ਸਾਲ ਤੋਂ ਕਰਦੇ ਪਏ, ਕਿਸ ਤਰ੍ਹਾਂ ਕੰਮ ਕਰਨਾ ਚਾਹੀਦਾ? ਮਤਲਬ ਇੱਕ ਨਵੇਂ ਬੰਦੇ ਨੂੰ ਕੀ ਤੁਸੀਂ ਮਸ਼ਵਰਾ ਦੇਵੋਗੇ ਕਿ ਉਹ ਕਿੰਨੇ ਡੰਗਰਾਂ ਤੋਂ ਕੰਮ ਸ਼ੁਰੂ ਕਰੇ? ਦੇਖੋ ਜਦੋਂ ਆਪਣੇ ਪੱਲੇ ਦੀ ਗੱਲ ਹੈ ਕਿਹੜਾ ਬੰਦੇ ਕੋਲ ਕਿੰਨੀ ਗੁੰਜਾਇਸ਼ ਹੈ, ਕਿੰਨਾ ਵੱਡਾ ਕੰਮ ਹੋਏਗਾ ਨਹੀਂ ਉਹਨੂੰ ਜ਼ਿਆਦਾ ਬਚਤ ਹੋਏ, ਕਿੰਨਾ ਘੱਟ ਹੋਏਗਾ, 1-2 ਮੱਝਾਂ ਨੂੰ ਹੋਰ ਹਿਸਾਬ ਨਾਲ ਹੋਏਗਾ। ਬਿਲਕੁਲ ਸਹੀ ਹੈ। ਤੇ ਜ਼ਿਆਦਾ ਤੋਂ ਜ਼ਿਆਦਾ ਬੰਦਾ ਡੰਗਰ 4-5 ਹੋਣ ਉਹਨੂੰ ਬੰਦਾ ਰੱਖ ਕੇ ਵੀ ਫਾਇਦਾ। ਸਹੀ ਹੈ। ਜੇ ਆਪੇ ਇਕੱਲਾ ਕਰ ਲੇ ਉਹਨੂੰ ਚੰਗੀ ਬਿਹਤਰੀ ਗੱਲ ਹੀ ਕੋਨੇ ਯਾਨੀ ਇਹਨੂੰ ਫਾਇਦਾ। ਇੱਕ ਅਗਰ 5-6 ਜੀਆਂ ਦਾ ਖਾਨਦਾਨ ਪਾਲਣਾ ਹੋਏ ਤੇ ਕਿੰਨੇ ਕੁ ਡੰਗਰ ਹੋਣੇ ਚਾਹੀਦੇ ਨੇ? ਮੱਝਾਂ 7-8 ਹੋਣ ਦਾ ਬਿਹਤਰ ਨਿਜ਼ਾਮ ਪਿਆ ਚੱਲਦਾ। ਆਪੇ ਹੀ ਬੰਦਾ ਸੌਖਾ ਪਿਆ ਰਹਿੰਦਾ। ਜੇ ਜ਼ਿਆਦਾ ਜੱਫਾ ਮਾਰ ਲਏ ਫਿਰ ਆਪਣੇ ਆਪ ਨੂੰ ਨੁਕਸਾਨ ਹੈ ਤੇ ਡੰਗਰਾਂ ਦੀ ਕੋਈ ਦੇਖਭਾਲ ਨਹੀਂ ਪੂਰੀ ਹੋਵੇ। ਯਾਨੀ ਇੱਕ ਬੰਦਾ ਕਿੰਨੇ ਕੁ ਡੰਗਰ ਆਰਾਮ ਨਾਲ ਸੰਭਾਲ ਲੈਂਦਾ ਜਿਹੜਾ ਉਹਨਾਂ ਨਾਲ ਜ਼ਿਆਦਤੀ ਨਾ ਹੋਏ? ਮੱਝਾਂ 6-7 ਸਾਂਭ ਲੈਂਦਾ। 7 ਕੁ ਮੱਝਾਂ। ਠੀਕ ਹੋ ਗਿਆ। ਯਾਨੀ ਅਗਰ 10 ਤੱਕ ਵੀ ਤੁਸੀਂ ਕਹੋ ਜ਼ਿਆਦਾ ਸਾਂਭ ਸਕਦਾ? ਹਾਂਜੀ ਤੰਗ ਹੋ ਗਏ। ਤੰਗ ਹੋ ਗਏ। ਯਾਨੀ ਕਿ 5 ਤੋਂ 7 ਮੱਝਾਂ ਆਰਾਮ ਨਾਲ ਇੱਕ ਬੰਦਾ ਸੰਭਾਲ ਸਕਦਾ। ਬਿਲਕੁਲ। ਠੀਕ ਹੋ ਗਿਆ। 5-7 ਮੱਝਾਂ ਵਾਸਤੇ ਜਗ੍ਹਾ ਕਿੰਨੀ ਚਾਹੀਦੀ ਹੈ ਪੱਠਿਆਂ ਵਾਸਤੇ? ਪੱਠਿਆਂ ਵਾਸਤੇ ਜਗ੍ਹਾ ਤੇ ਉਹਨੂੰ 3-4 ਕਿੱਲੇ ਚਾਹੀਦੀ ਹੈ। ਯਾਨੀ ਸਾਲ ਦੇ ਪੱਠੇ ਪੂਰੇ ਹੋਣਗੇ? ਪੱਠੇ ਪੂਰੇ ਹੋ ਜਾਣ। ਤੇ ਕੀ ਮੁੱਲ ਤੇ ਕੰਮ ਹੋ ਸਕਦਾ? ਮੁੱਲ ਤੇ ਬਹੁਤ ਔਖੀ ਗੱਲ ਤੇ ਕਿ ਮੁੱਲ ਦਾ ਪੱਠਾ ਬਹੁਤ ਹੈ। ਤਾਂ ਵੰਡਾ ਵੀ ਮੱਝਾਂ ਨੂੰ ਪਾਉਣਾ, ਦੁੱਧ ਕਿਹੜਾ ਉਤਲ ਵੰਡੇ ਵਾਲੇ ਵੀ ਥਾਂ ਜਾਣਾ, ਘਰਾਂ ਦੇ ਵੀ ਖਰਚੇ ਨੇ। ਠੀਕ ਹੈ। ਜ਼ਿਆਦਾ ਕਿਤੇ ਆਪਣੀ ਪੈਲੀ ਉਹਨੂੰ ਜ਼ਿਆਦਾ ਬਚਤ। ਯਾਨੀ ਕਿ ਬੱਚਤ ਹੈ ਵੀ ਉਹਨੂੰ ਠੇਕੇ ਤੇ ਵੀ ਲਏ ਤਾਂ ਵੀ ਥੇਤੇ ਵਾਏ ਤਾਂ ਵੀ ਫਾਇਦਾ ਕੱਢਣ ਦਾ ਜੋ ਆਪਣੀ ਦਾ ਹੈ ਫਾਇਦਾ ਉਹ ਲਾਮ ਦੇ ਦਾ। ਯਾਨੀ ਕਿ ਇੱਕ ਤਾਂ ਫਾਇਦਾ ਘਟ ਜਾਏਗਾ ਔਰ ਅਗਰ ਉਹਦੇ ਕੋਲ ਬਹੁਤ ਜ਼ਿਆਦਾ ਮੱਝਾਂ ਨੇ ਤੇ ਫਿਰ ਭਾਵੇਂ ਠੇਕੇ ਤੇ ਜ਼ਮੀਨ ਲੈ ਲੈ। ਬਿਲਕੁਲ। ਫਿਰ ਕੰਮ ਚੱਲ ਸਕਦਾ। ਠੇਕੇ ਤੇ ਫਾਇਦਾ। ਅੱਛਾ, ਤੁਸੀਂ ਦੱਸਿਆ ਕਿ ਮੱਝਾਂ ਜਿਹੜੀਆਂ ਨੇ ਉਹ ਅਗਰ ਨਵਾਂ ਬੰਦਾ ਸ਼ੁਰੂ ਕਰਦਾ ਇੱਕ ਤਾਂ ਪਹੁੰਚ ਬੜੀ ਸਹੀ ਗੱਲ ਕੀਤੀ। ਲੇਕਿਨ ਅਗਰ ਕਿਸੇ ਬੰਦੇ ਕੋਲ 3-4 ਮੱਝਾਂ ਲੈਣ ਦੀ ਗੁੰਜਾਇਸ਼ ਹੈ, ਹਾਂਜੀ, ਉਹ ਕਿਹੜੀਆਂ ਮੱਝਾਂ ਲੈ? ਖਾਂਗੜੀਆਂ ਲੈ ਜਾਂ ਲਹਿਰੀਆਂ ਲੈ? ਵੇਖੋ ਜੀ ਉਹਦੇ ਖਾਂਗੜੀਆਂ ਲੈ ਤਾਂ ਉਹਦੇ ਵਿੱਚ ਵੀ ਫਾਇਦਾ। ਜੇ ਤਾਜ਼ੀਆਂ ਲੈ ਤਾਂ ਹੁੰਦੇ ਦੁੱਧ ਪਵਾਏ ਤਾਂ ਉਹਦਾ ਕੋਈ ਸਾਲ ਤੇਰਾ ਆਪਣਾ ਆਰਾਮ ਨਾਲ ਸਿਸਟਮ ਸਿੱਧਾ ਰਹੇਗਾ। ਠੀਕ ਹੈ। ਦੁੱਧ ਦਾ ਮੰਨ ਡੇਢ ਉਹਨੇ ਮੱਝਾਂ ਪਈਆਂ ਦੇਣਾ ਤਾਂ ਉਹਦੇ ਨਾਲ ਉਹਦਾ 3-4 ਹਜ਼ਾਰ ਦੀ ਦਿਹਾੜੀ ਲੱਗਦੀ ਹੈ। ਸਹੀ ਹੈ। ਤੇ ਖਾਂਗੜੀਆਂ ਲੈ ਤਾਂ ਉਹਦੇ ਮਿਹਨਤ ਹੈ। ਉਹਦਾ ਜ਼ਿਆਦਾ ਤੁਸੀਂ ਮਿਹਨਤ ਕਿੰਨੀ ਹਰ ਕਰੋ ਤੇ ਆਸਤਾ ਆਸਤਾ ਨਾਲ ਹਰਬਨ ਲੱਗਣ ਦੀਆਂ ਫਿਰ ਤੁਹਾਨੂੰ ਉਹਦੇ ਜ਼ਿਆਦਾ ਪ੍ਰਾਫਿਟ ਹੋਏਗੀ। ਜ਼ਬਰਦਸਤ, ਬਹੁਤ ਸੋਹਣੀ ਗੁਫ਼ਤਗੂ ਤੁਸੀਂ ਕਰ ਰਹੇ ਹੋ। ਐਸਾ ਜ਼ਰਾ ਕਲੀਅਰ ਕਰਿਓ ਕਿ ਅਗਰ ਉਹ ਤਾਜ਼ੀਆਂ ਮੱਝਾਂ ਲੈਂਦਾ ਹੈ 5 ਕੁ, ਉਹਦੇ ਕੋਲ ਕਿੰਨਾ ਕੁ ਸਰਮਾਇਆ ਹੋਣਾ ਚਾਹੀਦਾ? ਅਗਰ ਉਹ ਲਹਿਰੀਆਂ ਲੈਂਦਾ ਜਿਹੜੀਆਂ ਖਾਂਗੜੀਆਂ ਨੇ ਤੇ ਫਿਰ ਉਹਦੇ ਕੋਲ ਕਿੰਨਾ ਕੁ ਸਰਮਾਇਆ ਹੋਣਾ ਚਾਹੀਦਾ? ਮਾਇਆ ਵੇਖੋ ਜੀ ਉਹਦਾ ਤੇ 5 ਮੱਝਾਂ ਕਹਿ ਇਹ ਖਾਂਗੜੀਆਂ ਲਈਏ ਤਾਂ ਘੱਟ ਵੀ ਕਰ ਰੁਪਈਆ ਕਰ 7-8 ਲੱਖ ਹੋਣਾ ਚਾਹੀਦਾ। ਠੀਕ ਹੈ। ਖਾਂਗੜੀਆਂ ਵਾਸਤੇ ਠੀਕ ਹੈ। 1.5 ਲੱਖ ਦੀ ਮੱਝ ਥੱਲੇ ਆਉਂਦੀ ਨਹੀਂ ਪਈ। ਸਹੀ ਹੈ। ਖਾਂਗੜੀ ਹੋਣੇ ਕਿਹੜੀ ਉਹ 1.5 ਤੱਕ ਜਿਹੜੇ ਮੱਝੇ ਤੇ ਜੇ ਕੋਈ ਦੇਸੀ ਲੈ ਲਈਏ ਬੰਦਾ ਐਵੇਂ ਖਰਬਾੜ ਹੀ ਇਕੱਠੇ ਕਰ ਲੈ ਤੇ ਫਿਰ ਉਹ ਲੱਖ ਦੀ ਵੀ ਲੱਭ ਜਾਂਦੀ। ਸਹੀ ਹੋ ਗਿਆ। ਅਗਰ ਉਹ ਲਹਿਰੀਆਂ ਲੈ ਤੇ ਫਿਰ ਉਹ ਕਿੰਨੇ ਦੀ ਲੱਭ ਜਾਏਗੀ ਉਹਨੂੰ? ਲਹਿਰੀ ਤੇ 5 ਮੱਝਾਂ ਅੱਜ 10-12 ਲੱਖ ਦੀਆਂ ਨੇ। ਸਹੀ ਹੋ ਗਿਆ। ਜੇ ਸਹੀ ਹੋਵੇ ਕਿ ਬੰਦਾ ਪੂਰੇ ਮੁੱਲ ਸਹੀ ਹਿਸਾਬ। ਯਾਨੀ ਅਸਾਂ ਤੁਹਾਡੀ ਗੱਲ ਤੋਂ ਇਹ ਅੰਦਾਜ਼ਾ ਲਗਾਇਆ ਕਿ ਕਮ ਅਜ਼ ਕਮ 7 ਤੋਂ 12 ਲੱਖ ਰੁਪਏ ਬੰਦੇ ਕੋਲ ਹੋਏ। ਹਾਂਜੀ। ਘੱਟ ਤੋਂ ਘੱਟ 7 ਹੋਏ, ਜ਼ਿਆਦਾ ਤੋਂ 12-13 ਲੱਖ ਹੋਏ ਤੇ ਕੰਮ ਸ਼ੁਰੂ ਹੋ ਸਕਦਾ। ਠੀਕ ਹੋ ਗਿਆ। ਅੱਛਾ, ਇਹ ਦੱਸਿਓ ਕਿ ਮੱਝਾਂ ਜਿਹੜੀਆਂ ਨੇ ਕਿਹੜੀ ਨਸਲ ਦੀਆਂ ਲੈ? ਮਤਲਬ ਇੱਕ ਤੇ ਹੋ ਗਿਆ ਨਾ ਕਿ ਲਹਿਰੀਆਂ ਲੈ ਜਾਂ ਖਾਂਗੜੀਆਂ ਲੈ, ਅਗਰ ਘੱਟ ਪੈਸੇ ਨੇ ਤੇ ਨਸਲ ਕਿਹੜੀ ਨੂੰ ਤਰਜੀਹ ਦੇ? ਨਸਲ ਕਿਹੜੀ ਵੇਖੋ ਤਾਂ ਆਰਫ ਵਾਲੇ, ਨੀਲੀ ਵਾਲੇ, ਬੁਰੇ ਵਾਲੇ ਤੇ ਕਿਹਨੇ ਮੱਝਾਂ ਨੇ ਅੱਛੀਆਂ ਨੇ। ਸਾਡੀਆਂ ਜੂ ਵਿੱਚ ਆ ਕੇ ਉਹ ਪਸੰਦ ਕਰਦੀਆਂ, ਉਹਨਾਂ ਨੂੰ ਖੁਰਾਕ ਕਿਹੜੀ ਲੱਗਦੀ ਹੈ। ਜਿਵੇਂ ਬੰਦਾ ਆਂਦਾ ਸਬਜ਼ੀਆਂ ਦਾ ਜਾ ਕੇ ਮੈਨੂੰ ਪਾਣੀ ਸਿਖਾ ਗਿਆ, ਇੰਜ ਉਹਨਾਂ ਨੂੰ ਵੀ ਜੂ ਸਿਖਾਉਂਦੀ ਹੈ। ਇਹ ਸੌਦੀ ਜਾ ਕੇ ਫੁੱਲ ਜਾਂਦੇ ਨੇ, ਮੋਟੇ ਜਾਂਦੇ ਨੇ। ਉੱਥੋਂ ਦੀਆਂ ਮੱਝਾਂ ਵੀ ਇੱਥੇ ਆ ਕੇ ਫੁੱਲ ਜਾਂਦੀਆਂ ਨੇ। ਇੱਥੋਂ ਆ ਕੇ ਫੁੱਲ ਜਾਂਦੀਆਂ। ਦੁੱਧ ਵੀ ਵਧਾਈ ਜਾਂਦੀਆਂ ਨੇ। ਦੁੱਧ ਵੀ ਵਧਾਉਂਦੀਆਂ ਨੇ। ਇੱਕ ਜੋ ਇਹਨਾਂ ਪਿੱਛਾ ਹੋਣਾ, ਖੰਗੜ ਹੋਣਾ, ਇਹਨਾਂ ਦੁੱਧ ਦੇਣਾ ਪੂਰਾ। ਸਹੀ ਹੈ।
ਬਹੁਤ ਸਾਰੇ ਲੋਕਾਂ ਦਾ ਜਿਹੜੇ ਜਾ ਨੇ ਉਹ ਮਰ ਜਾਂਦੇ ਨੇ, ਜਾ ਕਿਸ ਤਰ੍ਹਾਂ ਬਚਾਈਏ? ਜਾ ਤੇ ਵੇਖੋ ਜੀ ਉਹਨੂੰ ਦੁੱਧ ਚਾਹੀਦਾ ਪਾਉਣ। ਅੱਛਾ, ਦੁੱਧ ਤੁਸੀਂ ਉਹਨੂੰ ਪਿਆ ਲਓ ਸਹੀ 2 ਰੁਟੀਨ ਨਾਲ ਪਿਆਲੀ ਜਾਓ ਅਗਲੇ, ਆਪਣਾ ਵੀ ਸਿਸਟਮ ਸਹੀ ਚੱਲੇ ਦਾ, ਜਾ ਵੀ ਸੌਖਾ ਰਹੇਗਾ। ਜੇ ਉਹਨੂੰ ਤੁਸੀਂ ਮਹੀਨਾ ਪਿਆਲ ਕੇ ਬਾਅਦ ਉਹਨੂੰ ਕਹਾਂ ਪਿਆਲਣਾ ਹੀ ਨਹੀਂ ਆ, ਉਹਨੇ ਗਾਹ ਲਗਾਈ ਜਾਣਾ ਕਿ 2 ਮਹੀਨੇ ਦੁੱਧ ਜਾ ਪੀਏ ਬਾਅਦ ਉਹਦਾ ਪੱਠਿਆਂ ਵੱਲ ਖਿਆਲ ਰੱਖਿਆ ਜਾਏ, ਚੌਕਰ ਚੁੱਕਰ ਆ ਜਾਏ, ਫੀਡ ਆਉਂਦੀ ਉਹ ਪਾਣੀ ਸ਼ੁਰੂ ਕਰ ਦੋ ਤੋ ਜਾ ਦਿਨਾਂ ਤੇ ਫੁੱਲ ਜੇ ਦਾ ਜਵਾਨ ਹੋ ਜਾਏਗਾ। ਕੁਛ ਮੱਝਾਂ ਅਸੀਂ ਉੱਥੋਂ ਲਿਆਉਂਦੇ ਆ, ਉਹਨਾਂ ਨੂੰ ਪਾਣੀ ਲਾਗ ਹੋ ਜਾਂਦਾ, ਪਾਣੀ ਲਾਗ ਤੋਂ ਕਿਸ ਤਰ੍ਹਾਂ ਬਚਾਈਏ? ਪਾਣੀ ਲੱਗਦੇ ਆ ਕਿ ਪਾਉਂਦ ਆਉਂਦੇ ਆ ਉਹਦੇ ਨਾਲ ਕੋਈ ਵੰਡੇ ਛੰਡੇ ਦਾ ਜਾਂ ਕੋਈ ਪੱਠਿਆਂ ਦਾ ਪਰਹੇਜ਼ ਨਾਲ ਕਰਨਾ ਚਾਹੀਦਾ ਬੰਦੇ ਨੂੰ। ਨਹੀਂ ਤਾਂ ਅਗਰ ਬੰਦਾ ਥੋੜਾ ਬਹੁਤਾ ਉਹਨੂੰ ਕੋਈ ਪਾਣੀ ਲਾਗ ਹੋਇਆ ਕਿ ਬੰਦਾ ਮਰਚਾਂ ਦੂਜੇ ਤੀਜੇ ਦਿਨ ਬੰਦਾ ਦਿੰਦਾ ਰਹੇ, ਉਹਦੇ ਨਾਲ ਉਹਦਾ ਮੇਰਾ ਸੈੱਟ ਹੋ ਜਾਂਦਾ। ਸਹੀ ਹੋ ਗਿਆ। ਤੁਹਾਡੇ ਕੋਲ ਮਾਸ਼ਾਅੱਲਾ ਕਿਹੜੀ ਨਸਲ ਦੀਆਂ ਮੱਝਾਂ ਨੇ? ਸਾਡੇ ਕੋਲ ਇਸ ਟਾਈਮ ਨੀਲੀ ਦੀਆਂ ਵੀ ਨੇ, ਦੂਜੀਆਂ ਦੇਸੀ ਵੀ ਵਿੱਚ ਘਰ ਦੀਆਂ ਝੋਟੀਆਂ ਨੇ। ਠੀਕ ਹੈ, ਸਹੀ ਹੋ ਗਿਆ। ਅੱਛਾ, ਦੇਸੀ ਵੀ ਨੇ ਤੁਹਾਡੇ ਕੋਲ? ਦੇਸੀ ਵੀ। ਇੱਕ ਗੱਲ ਮੈਨੂੰ ਦੱਸਿਓ ਕਿ ਕੁਝ ਲੋਕ ਜਿਹੜੇ ਨੇ ਉਹ ਕਾਰੋਬਾਰ ਕਰਦੇ ਨੇ ਲਹਿਰੀਆਂ ਮੱਝਾਂ ਦੇ ਸਿਰ ਤੇ, ਤੁਸੀਂ ਇਹ ਬੜਾ ਸਮਝਦਾਰੀ ਨਾਲ ਔਰ ਜ਼ਿੰਮੇਵਾਰੀ ਨਾਲ ਜਵਾਬ ਦੇਣਾ। ਕੁਝ ਲੋਕ ਖਾਂਗੜੀ ਮੱਝ ਨੂੰ ਵੇਚ ਕੇ ਫਿਰ ਲਹਿਰੀ ਜਿਹੜੀ ਨਵੀਂ ਪਾ ਲੈਂਦੇ ਨੇ, ਠੀਕ ਹੋ ਗਿਆ। ਕੁਝ ਜਿਹੜੇ ਨੇ ਘਰ ਦੇ ਡੰਗਰ ਬਣਾਉਂਦੇ ਨੇ, ਤੁਸੀਂ ਕਿਹੜੀ ਗੱਲ ਨੂੰ ਤਰਜੀਹ ਦੇਵੋਗੇ, ਘਰ ਦੇ ਡੰਗਰ ਬਣਾਉਣ ਨਾਲੋਂ ਜਾਂ ਫਿਰ ਖਾਂਗੜੀ ਤੇ ਮਿਹਨਤ ਕਰਨ ਨਾਲੋਂ ਉਹਨੂੰ ਵੇਚ ਕੇ ਕੁਝ ਪੈਸੇ ਪਾ ਕੇ ਤੇ ਨਵੀਂ ਲਾਈਏ, ਕਿਹਨੂੰ ਤਰਜੀਹ ਦੇਵੋਗੇ? ਇਹਦੇ ਵਿੱਚ ਘਰ ਦਾ ਡੰਗਰ ਪਾਲਣ ਤੇ ਬਿਹਤਰ ਹੈ। ਉਹਦੇ ਵਿੱਚ ਹੈ ਕਿ ਕਿਹੜੇ ਬੰਦੇ ਦੁੱਧ ਹੀ ਨਹੀਂ ਜਾਂ ਕਿੰਨਾ ਕੋਈ ਪੈਸਾ ਉਹ ਲੋਕੀਆ ਕਾਰੋਬਾਰ ਕਰਦੇ ਨੇ ਕਿ ਤਾਜ਼ੀ ਮੈਂ ਖਾਂਗੜੀ ਦੇ ਹਰਨੀ ਹੈ ਤੇ ਤਾਜ਼ੀ ਪਾਣੀ। ਮਾਰੇ ਬੰਦੇ ਦੇ ਵਾਸਤੇ ਉਹ ਗੱਲ ਹੈ ਬਾਹਰ ਕਿ ਮੈਂ ਉਹ ਖਾਂਗੜੀ ਦੇ ਦਾ ਤੇ ਮਰ ਜਾਏਗਾ ਤੇ ਤਾਜ਼ੀ ਵਿੱਚ ਪਾਏਦਾ, ਉਹਦੇ ਵਿੱਚ ਕੱਢ ਵੀ ਤਕਰੀਬਨ ਰੁਪਈਆ ਲੱਖ ਪੈਣਾ ਤੇ ਫੇਰ ਉਹਨੇ ਅੱਗੋਂ ਤਾਜ਼ੀ ਆਉਣਾ। ਜਿਹੜੀ ਮੱਝ ਖਾਂਗੜੀ ਹੁੰਦੀ ਹੈ ਜੇ ਸੁੱਕ ਜਾਂਦੀ ਹੈ, ਜੀ ਤੁਸੀਂ ਕਹਿਣ ਲੱਗੇ ਹੋ? ਮੈਂ ਨਾ ਜੇ ਤੁਸੀਂ ਇਹਦੇ ਵਿੱਚ ਬਿਹਤਰ ਹੈ ਇੱਕ ਬੰਦਾ ਤਾਂ ਘਰ ਦਾ ਡੰਗਰ ਉਹੀ ਮੰਨ ਲਵਾਏ ਤਾਂ ਆਪਣਾ ਖਾਂਗੜੀ ਹੈ ਕਿਹੜੀ ਆਪਣਾ ਉਹਨੂੰ ਕੋਈ ਮਹੀਨੇ 2-4 ਪੱਠੇ ਪਾ ਲੈ, ਜੇ ਉਹ ਸੁੱਕ ਜਾਂਦੀ ਨਹੀਂ ਤਾਂ ਦੁੱਧ 4-5 ਕਿਲੋ ਪਈ ਦਿੰਦੀ ਹੈ। ਠੀਕ ਹੋ ਗਿਆ। ਉਹਦੀ ਕਿੰਨੀ ਕੁ ਲਾਮ ਹੁੰਦੀ ਹੈ ਜਿਹੜੀ ਸਾਡੇ ਕੋਲ ਸਾਡੀ ਜੂਹ 'ਚ ਨੀਲੀ ਬਾਹਰ ਦੀਆਂ ਮੱਝਾਂ ਹੁੰਦੀਆਂ ਨੇ, ਉਹ ਕਿੰਨੀ ਕੁ ਉਹਦੀ ਲਾਮ ਹੈ, ਯਾਨੀ ਕਿੰਨੀ ਦੇਰ ਤੱਕ ਦੁੱਧ ਦਿੰਦੀ ਰਹਿੰਦੀ ਹੈ? 4-5 ਕਿਲੋ ਵਿਕਰ ਦਿੰਦੀ ਹੈ ਤੇ ਵੇਖੋ ਜੀ ਇਹਦੇ ਵਿੱਚ ਮਹੀਨੇ 2-3 ਡੰਗਰ ਸਹੀ ਬਣ ਜਾਏ ਟਾਈਮ ਨਾਲ ਤਾਂ 4-5 ਮਹੀਨੇ ਮੱਝ ਸਾਰੀਆਂ ਦੇ ਜਾਂਦੀਆਂ ਨੇ। ਅੱਛਾ, ਸੌਣ ਵਾਲੀ ਹੋਏਗਾ ਬਣ ਮੱਝ ਹੋਏ। ਅੱਛਾ, ਤੁਸੀਂ ਦੱਸ ਦਿਓ ਕਿ ਜਿਹੜੀ ਮੱਝ ਹੈ ਖਾਂਗੜੀ ਮੱਝ ਹੈ, ਖਾਂਗੜੀ ਹੋ ਗਈ ਉਹ ਕਿੰਨੀ ਦੇਰ ਤੱਕ ਸੌਣ ਤੋਂ ਪਹਿਲੇ ਕਿੰਨੀ ਦੇਰ ਤੱਕ ਦੁੱਧ ਦਿੰਦੀ ਰਹਿੰਦੀ ਹੈ? 8-9 ਮਹੀਨੇ ਦਾ ਆਮਦੇ ਹੱਥ ਜਿਹੜੀਆਂ ਨਾ ਵੀ ਇਹਦੀਆਂ ਸਹੀ ਨਿਕਲਣ। ਹੁਣ ਇੱਕ ਬੰਦਾ ਘਰ ਦੀਆਂ ਮੱਝਾਂ ਬਣਾਉਣਾ ਚਾਹੁੰਦਾ, ਉਹ ਮੱਝਾਂ ਉਹਨੂੰ ਜ਼ਾਹਰ ਹੈ ਕਿ ਅੱਗੋਂ ਬਣਦੀਆਂ ਜਾਣਗੀਆਂ ਤਾਂ ਫਿਰ ਇਹਨੂੰ ਫਾਇਦਾ ਹੈ, ਤੇ ਕੀ ਕਰੀਏ ਜਿਹੜਾ ਮੱਝਾਂ ਜਿਹੜੀਆਂ ਨੇ ਉਹ ਟਾਈਮੋ ਟਾਈਮ ਬਣਦੀਆਂ ਜਾਣ? ਉਹਦੇ ਵਿੱਚ ਹੈ ਕਿ ਬਿਹਤਰ ਉਹਦੀ ਖੁਰਾਕ ਹੀ ਹੋਣੀ ਚਾਹੀਦੀ ਹੈ, ਵੰਡਾ ਛੰਡਾ ਬੰਦਾ ਪਾਈ ਜੇ ਉਹਨੂੰ ਧਿਆਨ ਰੱਖੇ ਮੈਂ ਵੇਖ ਜਾਊਗਾ ਮੱਝਾਂ ਬਣੀ ਜਾਂਦੀਆਂ ਨੇ ਤੇ ਬੰਦਾ ਉਹਨੂੰ ਪਾਏ ਨਾ ਸੁੱਕੀ ਪੱਠਾ ਪਾ ਰਹੇ ਉਹਨੂੰ ਲੱਸੀਆਂ ਹੋ ਜਾਣ ਕਮਜ਼ੋਰ ਹੋ ਜਾਣ, ਉਹਦੀ ਵਜ੍ਹਾ ਨਾਲ ਮੱਝਾਂ ਨਹੀਂ ਹਰ ਬਣਦੀਆਂ। ਉਹਦੇ ਵੰਡਾ ਛੰਡਾ ਪੂਰਾ ਪਏ ਉਹਨੂੰ ਖੁਰਾਕ ਲੱਭੇ, ਮੱਝਾਂ ਗਰਮੈਸ਼ ਵਿੱਚ ਰਹਿਣ ਬਣ ਜਾਂਦੀਆਂ। ਯਾਨੀ ਕਿ ਤੁਸੀਂ ਤੁਹਾਡਾ ਕਹਿਣਾ ਹੈ ਕਿ ਖੁਰਾਕ ਦਾ ਇੱਕ ਬਹੁਤ ਵੱਡਾ ਹੱਥ ਹੈ ਮੱਝ ਨੂੰ ਨਵਾਉਣ ਵਿੱਚ, ਨਵੀਂ ਮੱਝ ਬਣਨ ਵਿੱਚ। ਜ਼ਬਰਦਸਤ। ਇਸ ਤੋਂ ਇਲਾਵਾ ਤਾਂ ਨਹੀਂ ਕਿ ਝੋਟੇ ਦਾ ਕੋਈ ਰੋਲ ਹੈ ਜਾਂ ਟੀਕਾ, ਤੁਸੀਂ ਕਿਹਨੂੰ ਬਿਹਤਰ ਸਮਝਦੇ ਹੋ, ਝੋਟਾ ਰੱਖਣਾ ਜਾਂ ਟੀਕਾ ਲਵਾਉਣਾ? ਨਹੀਂ, ਉਹਦੇ ਵਿੱਚ ਝੋਟਾ ਹੀ ਚੰਗਾ ਰਹਿੰਦਾ। ਝੋਟਾ ਚੰਗਾ ਰਹਿੰਦਾ। ਤੇ ਕਿੰਨਿਆਂ ਡੰਗਰਾਂ 'ਚ ਕਮ ਸੇ ਕਮ ਝੋਟਾ ਹੋਣਾ ਚਾਹੀਦਾ? ਉਹਦੇ 5-7 ਮੱਝਾਂ ਹੋਣ ਕਿੰਨੀਆਂ ਮੇਰੇ ਕੋਲ 5-6 ਮੱਝਾਂ, ਇਹਦੇ ਵਿੱਚ ਵੀ ਝੋਟਾ ਲਾਜ਼ਮੀ। ਠੀਕ ਹੋ ਗਿਆ। ਨਾ ਹੋਏ ਤਾਂ ਬੰਦਾ ਨਹੀਂ ਤਾਂ ਵੀ ਗੁਜ਼ਾਰਾ ਪਿਆ ਚੱਲਦਾ, ਐਡਾ ਕੋਈ ਨਹੀਂ ਮਸਾ ਮਹਿਸੂਸ। ਠੀਕ ਹੋ ਗਿਆ। ਅੱਛਾ, ਇਹ ਦੱਸਿਓ ਕਿ ਤੁਹਾਡੇ ਕੋਲ ਮਾਸ਼ਾਅੱਲਾ ਇਸ ਟਾਈਮ ਕਿੰਨੀਆਂ ਲਹਿਰੀਆਂ ਮੱਝਾਂ ਨੇ? ਸਾਡੇ ਕੋਲ ਮਾਸ਼ਾਅੱਲਾ ਇਸ ਟਾਈਮ 6 ਲਹਿਰੀਆਂ ਮੱਝਾਂ ਨੇ। ਟੋਟਲ ਤੁਹਾਡੇ ਛੋਟੇ ਵੱਡੇ ਜਾ ਪਾ ਕੇ ਕਿੰਨੇ ਹੋ ਜਾਂਦੇ ਨੇ? 15-16 ਤੁਹਾਡੇ ਜਾਂਦੇ ਨੇ। ਤੇ ਤੁਹਾਡੀ ਇਹ ਡੇਲੀ ਦਾ ਦੁੱਧ ਕਿੰਨਾ ਜਾਂਦਾ ਸਵੇਰ ਸ਼ਾਮ ਦਾ? ਤਕਰੀਬਨ 44 ਕਿਲੋ। 44 ਕਿਲੋ। ਤੇ ਉਹਦੇ ਤੁਹਾਡਾ ਇੱਥੇ ਕੀ ਰੇਟ ਮਿਲਦਾ? ਦੁੱਧ ਨੂੰ ਵੇਚਦੇ ਹੋ ਜਾਂ ਪਿੰਡਾਂ 'ਚ ਦਿੰਦੇ ਹੋ? ਦੁੱਧ ਹੀ। ਰੇਟ ਕੀ ਹੈ ਦੁੱਧ ਦਾ ਇੱਥੇ? ਰੇਟ 80 ਰੁਪਏ। 80 ਰੁਪਏ ਘੱਟ ਨਹੀਂ? ਨਹੀਂ ਘੱਟ। ਅੱਛਾ, ਇਹੀ ਚੱਲਦਾ ਪਿਆ ਸਾਰਾ? ਨਹੀਂ, ਲੰਬੇ ਤੇ 85 ਹੈ, 90 ਅਸੀਂ 80 ਦਿੰਦੇ। ਅੱਛਾ, ਠੀਕ। ਤੁਸੀਂ ਕੀ ਕਿਉਂ 80 ਦਿੰਦੇ ਹੋ? ਬਸ ਤੱਲਾ ਸਮਝ ਲਓ ਕਿਸ ਤਰ੍ਹਾਂ ਵੀ, ਯਾਨੀ ਕਿ ਪੁਰਾਣੇ ਦੁੱਧ ਹੀ ਲੱਗੇ ਨੇ। ਦੁੱਧ ਹੀ ਲੱਗੇ। ਤੇ ਤੁਹਾਡਾ ਡੇਲੀ ਦਾ ਜਿਹੜਾ ਵੀ ਉਹ ਕਿੰਨੀ ਕਿ ਮਤਲਬ ਇਨਕਮ ਹੋ ਜਾਂਦੀ ਹੈ ਅਗਰ 80 ਦੇ ਹਿਸਾਬ ਨਾਲ ਵੀ ਜਾਈਏ ਤੇ? ਡੇਲੀ ਦਾ ਮਾਹ ਰੁਪਇਆ 3500 ਬਣ ਜਾਂਦਾ। ਠੀਕ ਹੋ ਗਿਆ। ਉਹ 3500 ਦੇ ਵਿੱਚ ਤੁਸੀਂ ਇਹਨਾਂ ਦੇ ਕਿੰਨਾ ਲਾਉਂਦੇ ਹੋ ਡੰਗਰਾਂ ਤੇ ਮੁੜ ਕੇ? ਅਸੀਂ ਤਾਂ 1 ਰੁਪਇਆ ਵੀ ਨਹੀਂ ਲਾਉਂਦੇ ਪਏ। ਮਾਸ਼ਾਅੱਲਾ। ਉਹ ਕਿਸ ਤਰ੍ਹਾਂ? ਪੱਠਾ ਘਰ ਦਾ ਸਟਾਲਾ ਲਿਆ। ਜਗ੍ਹਾ ਤੁਹਾਡੀ ਆਪਣੀ ਹੈ? ਜਗ੍ਹਾ ਆਪਣੀ ਹੈ। ਕਿੰਨੀ ਮਾਸ਼ਾਅੱਲਾ ਜਗ੍ਹਾ ਤੁਹਾਡੀ ਇਹਨਾਂ ਡੰਗਰਾਂ ਵਾਸਤੇ ਜਿਹੜੀ ਤੁਸੀਂ ਰੱਖੀ ਹੈ ਪੱਠਿਆਂ ਵਾਸਤੇ? ਮਾਂ ਤਕਰੀਬਨ 2 ਕਿੱਲੇ ਸਟਾਲਾ ਹੈ। 2 ਕਿੱਲੇ ਇਹਨਾਂ ਵਾਸਤੇ ਰੱਖਿਆ? 2 ਕਿੱਲੇ ਇਹਨਾਂ ਵਾਸਤੇ। ਤੇ ਵੰਡੇ ਦਾ ਵੀ ਕੋਈ ਖਰਚ ਨਹੀਂ ਤੁਹਾਡਾ? ਵੰਡੇ ਦਾ ਹੀ ਤਾਂ ਕੋਨੇ ਮੇਰਾ ਸਟਾਲਾ ਹੀ ਹੈ। ਵਿੱਚ ਤੂੜੀ ਪਾਉਂਦੇ ਹੋ ਪਏ? ਹਾਂਜੀ, ਆ ਤੂੜੀ ਸ਼ੁਰੂ ਕੀਤੀ ਤੇ ਹੁਣ ਥੋੜਾ ਦਿਨ। ਤੇ ਤੂੜੀ ਤੁਹਾਡੀ ਘਰ ਦੀ ਹੋਣੀ ਹੈ? ਤੂੜੀ ਵੀ ਘਰ ਦੀ। ਜ਼ਬਰਦਸਤ। ਯਾਨੀ ਕਿ ਜਿਨ੍ਹਾਂ ਦੀ ਜ਼ਮੀਨ ਆਪਣੀ ਹੈ ਉਹਨਾਂ ਲੋਕਾਂ ਨੂੰ ਇਹ ਫਾਇਦਾ ਹੈ, ਤੇ ਜਿਨ੍ਹਾਂ ਦੀ ਜ਼ਮੀਨ ਆਪਣੀ ਨਹੀਂ ਉਹਨਾਂ ਨੂੰ ਥੋੜੀ ਮੁਸ਼ਕਲ ਪੇਸ਼ ਆ ਸਕਦੀ ਹੈ। ਅੱਜ ਕਿੰਨਾ ਦੀ ਜਗ੍ਹਾ ਆਪਣੀ ਨਹੀਂ, ਹਰ ਸ਼ਹਿਰ ਹਰ ਵੰਡੇ ਹਰ ਸ਼ਹਿਰ ਮੁੱਲ ਲੈਣੀ ਉਹਨਾਂ ਵਾਸਤੇ। ਤੇ ਤੁਸੀਂ ਵੰਡਾ ਕਿਉਂ ਨਹੀਂ ਪਾਉਂਦੇ ਪਏ ਕੱਲ? ਵੰਡਾ ਅੱਜ ਕੱਲ੍ਹ ਇਹ ਪੱਠੇ ਠੀਕ ਨੇ, ਉਹਦੀ ਵਜ੍ਹਾ ਨਾਲ ਨਹੀਂ ਪਾਉਂਦੇ ਪਏ। ਬਾਹਰ ਹੁਣ ਸ਼ੁਰੂ ਕਰਨਾ
ਤੇ ਉਹ ਵੰਡੇ ਤੋਂ ਬਗੈਰ ਮੱਝਾਂ ਦਾ ਗਜ਼ਾਈ ਜ਼ਰੂਰਤ ਪੂਰੀ ਹੋ ਜਾਂਦੀ ਹੈ। ਬਿਲਕੁਲ ਹੁੰਦੀ ਹੈ। ਉਹ ਮਸਲਾ ਤੇ ਨਹੀਂ ਬਣਦਾ, ਦੁੱਧ ਸ਼ੁੱਧ ਨਹੀਂ ਘਟਦਾ? ਨਹੀਂ ਮਸਲਾ ਕੋਈ ਨਹੀਂ ਬਣਦਾ ਪਿਆ ਕਿ ਜੋ ਖੁਰਾਕ ਅਸੀਂ ਪੂਰੀ ਉਹਨਾਂ ਨੂੰ ਦੇਣੇ ਬਟਾ ਮੋਟਾ। ਠੀਕ ਹੈ। ਕੁਝ ਲੋਕ ਕਹਿੰਦੇ ਨੇ ਕਿ ਅਗਰ ਇਹ 4-5 ਮਹੀਨੇ ਤੁਸੀਂ ਅਗਰ ਸਟਾਲਾ ਹੀ ਪਾੜੋ ਤੇ ਅੱਗੋਂ ਜਿਹੜਾ ਵੇ ਉਹ ਖਰਾਬ ਹੋ ਜਾਂਦਾ, ਮੱਝ ਜਿਹੜੀ ਉਹ ਖਰਾਬ ਹੋ ਜਾਂਦੀ ਹੈ। ਨਹੀਂ ਕੋਈ ਨਹੀਂ ਐਵੇਂ ਗੱਲ ਹੀ। ਅੱਛਾ, ਤੁਹਾਡੇ ਤਜਰਬੇ 'ਚ ਇਹ ਗੱਲ ਨਹੀਂ ਆਈ? ਨਹੀਂ ਕੋਈ ਨਹੀਂ। ਠੀਕ ਹੋ ਗਿਆ। ਅੱਛਾ ਇਮਤਿਆਜ਼ ਸਾਹਿਬ, ਤੁਸੀਂ ਬੜੀ ਅਹਿਮ ਕੀਮਤੀ ਮਾਲੂਮਾਤ ਸਾਨੂੰ ਦਿੱਤੀ ਹੈ। ਅਕਸਰ ਲੋਕ ਸਾਨੂੰ ਸਵਾਲ ਪੁੱਛਦੇ ਨੇ ਕਿ ਇੱਕ ਮੱਝ ਵਾਸਤੇ ਜਿਹੜੀ ਹੈ ਉਹ ਕਿੰਨੀ ਕੁ ਪੈਲੀ ਹੋਣੀ ਚਾਹੀਦੀ ਹੈ, ਜਿਹਦੇ ਵਿੱਚ ਜਿਹੜੇ ਪੱਠੇ ਬੀਜਣੇ ਨੇ, ਉਹ ਜ਼ਰਾ ਸਾਨੂੰ ਕਲੀਅਰ ਕਰ ਦਿਓ ਐਂਡ ਤੇ, ਕਿ ਅਗਰ ਇੱਕ ਮੱਝ ਰੱਖਣੀ ਹੈ ਤਾਂ ਉਹਦੇ ਵਾਸਤੇ ਕਿੰਨੀ ਪੈਲੀ ਤੁਸੀਂ ਬੀਜੋ ਤਾਂ ਕਿ ਤੁਹਾਡੇ ਸੀਜ਼ਨ ਦੇ ਸੀਜ਼ਨ ਹੀ 6 ਮਹੀਨੇ ਬਾਅਦ ਤੁਹਾਡਾ ਪੱਠਾ ਪੂਰਾ ਹੀ ਹੈ। ਉਹ ਤੇ ਇੱਕ ਮੱਝ ਵਾਸਤੇ ਤੇ 2 ਕਨਾਲ ਚਲਾ ਹੋਏ, 3 ਦਿਨ ਹੀ ਮੁੱਕਦਾ, 3 ਕਨਾਲ। ਠੀਕ ਹੈ, 3 ਕਨਾਲ ਹੋਏ ਤੇ 3 ਜਾਂ ਕੋਈ ਜਵਾਰ ਹੋਈ ਹੈ ਤਾਂ ਨਹੀਂ ਖਤਮ ਹੁੰਦੇ। ਸਹੀ ਹੈ, ਯਾਨੀ ਨਾਲ ਬਰਸੀਮ ਖਤਮ ਹੋਣਾ ਹੈ। ਹਾਂਜੀ, ਨਾ ਜਵਾਰ ਹੋਈ ਜਾਣੀ ਹੈ। ਠੀਕ ਹੈ, ਉਹਦੇ ਬਾਅਦ ਫਿਰ ਅੱਗੋਂ ਕੰਮ ਚੱਲਦਾ ਰਹਿੰਦਾ। ਫਿਰ ਪਰਾਲੀ ਆ ਜਾਂਦੀ, ਫੇਰ ਸਟਾਲਾ ਤੁਰ ਪੈਂਦਾ। ਪਰਾਲੀ ਨੁਕਸਾਨ ਤੇ ਨਹੀਂ ਹੁੰਦੀ ਜਾਨਵਰਾਂ ਵਾਸਤੇ? ਪਰਾਲੀ ਨੁਕਸਾਨ ਤੇ ਹੀ ਆ, ਜੇ ਸੁੱਕੀ ਨਾ ਹੋਏ ਤੇ ਫਿਰ ਕੋਈ ਵੀ ਨੁਕਸਾਨ ਨਹੀਂ ਡਾਗੋਨੇ। ਅੱਛਾ, ਭੇਜੇ ਗਿੱਲੀ ਹੋਈ ਹੈ ਪੜ ਜੇ ਤੇ ਫਿਰ ਨੁਕਸਾਨ। ਠੀਕ ਹੋ ਗਿਆ। ਤੇ ਇਹ ਨੁਕਸਾਨ ਦੇ ਕੰਮ ਤੇ ਨਹੀਂ ਤੁਹਾਡੀ ਨਜ਼ਰ 'ਚ? ਨਹੀਂ ਕੋਈ ਨੁਕਸਾਨ ਨਹੀਂ, ਫਾਇਦੇਮੰਦ ਹੀ ਹੈ। ਸਬਰ ਅਜ਼ਮਾ ਕੰਮ ਹੈ ਜਾਂ ਫਿਰ ਦਿਨ ਦੇ ਦਿਨ ਦਿਹਾੜੀ ਮਿਲ ਜਾਂਦੀ ਹੈ? ਤੁਸੀਂ ਸਬਰ ਵੀ ਤੇ ਦਿਹਾੜੀ ਵਾਲਿਆ ਵੀ ਕੰਮ ਹੈ, ਕੰਮ ਹੈ ਛੇਡਾ ਵੀ ਹੈ ਕਿ ਬਸ ਗਰਮੀ ਵੀ ਲੱਗਦੀ ਹੈ, ਇਨਸਾਨ ਭਾਦਰ ਚਿੱਕੜ ਖੋਬੇ ਵਿੱਚ ਵੀ ਪੱਠਾ ਤੋਂ ਵੜਨਾ ਹੁੰਦਾ। ਜੀ ਜੀ। ਉਦੋਂ ਵੀ ਆਵਾਜ਼ਾਰੀ ਕਿਸਾਨ ਨੂੰ ਹੁੰਦੀ ਹੈ ਕਿ ਮੈਂ ਕਰੀ ਮੁਸੀਬਤ ਨੂੰ ਫੜ ਕੇ ਤਾਂ ਜੇ ਜ਼ਿਆਦਾ ਹੈ ਕਿ ਬੰਦੇ ਨੂੰ ਹੌਸਲਾ ਰੱਖਣਾ ਚਾਹੀਦਾ, ਛੇਡਾ ਬਣਨਾ ਚਾਹੀਦਾ, ਆਪਣਾ ਕੰਮ ਧਿਆਨ ਨਾਲ ਕਰਿਆ ਕਿ ਮੈਂ ਇਹ ਰੋਦੀ ਹੈ ਤੇ ਮੈਨੂੰ ਇਹਦੇ ਵਿੱਚ ਵੀ ਬਚਾ ਦੇ। ਸਹੀ ਹੈ। ਤੇ ਕਿੰਨੀ ਕੁ ਮਿਹਨਤ ਦਰਕਾਰ ਹੈ? ਯਾਨੀ ਤੁਸੀਂ ਇੱਕ ਦੱਸਿਆ ਨਾ ਕਿ ਬੱਦਲ ਗਰਮੀ ਧੁੱਪ ਛਾਂ ਹੋਏ, ਕਿੰਨੀ ਕੁ ਮਿਹਨਤ ਦਰਕਾਰ ਹੈ ਇਹਦੇ ਵਿੱਚ? ਦੇਖੋ 2-3 ਘੰਟੇ ਤੇ ਲਾਜ਼ਮੀ ਨੇ ਕਿ ਤੁਹਾਂ ਧੁੱਪ ਵਿੱਚ ਵੀ ਰਹਿਣਾ, ਜੇ ਬੱਦਲ ਹੋਏ ਬੱਦਲ ਵਿੱਚ ਵੀ ਤੁਹਾਂ ਪੱਠੇ ਵੜਨੇ ਨੇ। ਠੀਕ ਹੈ। ਤੇ ਇਹ ਤੇ ਮਹਾ 3-4 ਘੰਟੇ ਕੇ ਰੌਖਾ ਹੈ, ਬਾਅਦ ਤੋਂ ਸਾਰਾ ਦਿਨ ਤੁਹਾਂ ਅੱਗੇ ਇੱਥੇ ਲੈ ਆਉਣੇ ਨੇ ਕੁਦਰ ਕੇ ਤੇ ਪਹਾੜਨੇ ਬਾਅਦ। ਯਾਨੀ ਕਿ ਤੁਸੀਂ ਕਿੰਨਾ ਇੱਕ ਦੱਸੋ ਕਿ ਮੈਕਸਿਮਮ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਟਾਈਮ ਅਸੀਂ ਕਿੰਨਾ ਕੁ ਦੇ ਸਕਦੇ ਹਾਂ ਇਸ ਕੰਮ ਨੂੰ? 24 ਘੰਟਿਆਂ 'ਚੋਂ ਕਿੰਨੇ ਘੰਟੇ ਅਸੀਂ ਇਸ ਕੰਮ ਨੂੰ ਦਈਏ ਸਾਡਾ ਕੰਮ ਚੱਲਦਾ ਰਹੇਗਾ? ਤਕਰੀਬਨ 2-4 ਘੰਟੇ। ਯਾਨੀ ਕਿ 4 ਘੰਟੇ ਲਾ 4 ਘੰਟੇ 2 ਘੰਟੇ ਕਹਿ ਰਹੇ ਨੇ ਜਰਾ ਕੁ ਫਸ ਕੇ। ਠੀਕ ਹੈ। ਤੇ ਦੂਜੇ ਐਵੇਂ ਫਿਰਦੇ ਤੁਰਦੇ ਚਲੋ ਫਿਰ ਲਓ ਤੇ ਮਗਰੀ ਪਾ ਲਓ ਜਾਂ ਧਾਰ ਚਲੋ। ਸਹੀ ਹੈ। ਹੋਰ ਕੋਈ ਇਹਦੇ ਵਿੱਚ ਯਾਨੀ ਕਿ ਐਡੀ ਵੀ ਮਾਰਾ ਮਾਰੀ ਨਹੀਂ ਕਿ ਤੁਸੀਂ ਲੰਗਰ ਆ ਲੈਂਦੇ ਤੁਸੀਂ ਹੁਣ ਸਾਰੀ ਦਿਹਾੜੀ ਖੱਪਦੇ ਰਹਿਣਾ? ਖੱਪਦੇ ਰਹਿਣਾ, ਐਡੀ ਵੀ ਕੋਈ ਨਹੀਂ। ਸਹੀ ਹੈ, ਬੜੀ ਜ਼ਬਰਦਸਤ ਤੁਸੀਂ ਗੱਲ ਦੱਸੀ ਹੈ ਕਿ ਅਗਰ 4 ਘੰਟੇ ਕੰਮ ਕਰਦੇ ਹੋ ਤਾਂ 20 ਘੰਟੇ ਆਰਾਮ ਤੁਸੀਂ ਕਰ ਸਕਦੇ ਹੋ। ਆਰਾਮ ਕਰ ਸਕਦੇ। ਬਹੁਤ ਸ਼ੁਕਰੀਆ ਜੀ ਇਮਤਿਆਜ਼ ਸਾਹਿਬ, ਤੁਸੀਂ ਬੜੀ ਅਹਿਮ ਔਰ ਕੀਮਤੀ ਮਾਲੂਮਾਤ ਦਿੱਤੀਆਂ ਨੇ। ਜਜ਼ਾਕੱਲਾ ਜੀ। ਅਸਲਾਮ ਅਲੈਕੁਮ।